धन। तुमरी महिमा वरन न सको, तू ठाकुर ऊंच भगवान। तुमरी महिमा वरन न सको, तू ठाकुर ऊंच भगवान। जुगो जुग अटल चावर छत्र तख दे मालिक, हाजरा हजूर ज़ारा ज़हूर शब्द गुरु। धन सतगुरु गुरु ग्रंथ साहिब सच्चे पातशाह महाराज जी दे पावन पवित्र निगी गोद अंदर जुड़ बैठे सतसंगी जनों, वड्डियां भागां वाले हो। ਅੰਮ੍ਰਿਤ ਵੇਲੇ ਦੇ ਪਾਵਨ ਦਰਬਾਰ ਅੰਦਰ ਆਪ ਜੀਆਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸ਼ਲੋਕਾਂ ਦੀ ਵਿਚਾਰ ਆਰੰਭੀ ਹੋਈ ਹੈ। ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਸ਼ਲੋਕ ਬਾਬਾ ਫਰੀਦ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 42 ਨੰਬਰ ਸ਼ਲੋਕ ਹੈ। ਤੇ ਬਾਬਾ ਫਰੀਦ ਸਾਹਿਬ ਜੀ ਇਸ ਸ਼ਲੋਕ ਅੰਦਰ ਕੀ ਰਹਿਮਤ ਕਰਦੇ ਨੇ, ਆਓ ਮਨੋ ਬਿਰਤੀਆਂ ਨੂੰ ਇਕਾਗਰ ਕਰੋ, ਸੁਰਤ ਨੂੰ ਗੁਰੂ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰੋ। ਅੱਜ ਦੇ ਇਸ ਪਾਵਨ ਸ਼ਲੋਕ ਨੂੰ ਪਹਿਲਾਂ ਉਚਾਰਨ ਕਰੀਏ, ਉਸ ਤੋਂ ਬਾਅਦ ਇਸ ਦੇ ਅੰਦਰ ਕੀ ਭਾਵ ਕੀ ਉਪਦੇਸ਼ ਬਾਬਾ ਫਰੀਦ ਸਾਹਿਬ ਜੀ ਸਾਰੀ ਮਨੁੱਖਤਾ ਨੂੰ ਬਖਸ਼ਿਸ਼ ਕਰਦੇ ਨੇ, ਉਹਨੂੰ ਵਿਚਾਰਨ ਦਾ ਯਤਨ ਕਰਾਂਗੇ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਰੀਦਾ ਬਾਰ ਪਰਾਏ ਵੈਸਣਾ, ਸਾਈਂ ਮੁਝੇ ਨਾ ਦੇਹ, ਜੇ ਤੂੰ ਐਵੇਂ ਰਖਸੀ, ਜਿਉ ਸ਼ਰੀਰੋਂ ਲੇਹ। ਫਰੀਦਾ ਬਾਰ ਪਰਾਏ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੇ, ਜਿਉ ਸ਼ਰੀਰੋਂ ਲੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦੇ ਇਸ ਪਾਵਨ ਸ਼ਲੋਕ ਅੰਦਰ ਬਾਬਾ ਫਰੀਦ ਸਾਹਿਬ ਨੇ ਮਨੁੱਖਤਾ ਨੂੰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਰੱਬੀ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਰੰਗੇ ਹੋਏ ਉਸ ਮਹਾਂਪੁਰਸ਼ ਦਾ ਆਪਣਾ ਜੀਵਨ, ਜਿਸ ਦੇ ਜੀਵਨ ਅੰਦਰ ਇੱਕ ਮਾਲਕ ਦੀ ਟੇਕ ਹੈ, ਰੱਬ ਦਾ ਭਰੋਸਾ ਹੈ ਹਿਰਦੇ ਅੰਦਰ। ਉਹੀ ਭਰੋਸਾ ਬਾਬਾ ਫਰੀਦ ਸਾਹਿਬ ਜੀ ਸਾਰਿਆਂ ਨੂੰ ਦ੍ਰਿੜ ਕਰਵਾਉਂਦਿਆਂ ਹੋਇਆਂ ਇੱਕ ਮਾਲਕ ਦੀ ਟੇਕ ਲੈਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ, ਜੋ ਬਾਣੀ ਆਖਦੀ ਹੈ, ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਬਾਬਾ ਫਰੀਦ ਸਾਹਿਬ ਨੇ ਰਹਿਮਤ ਕੀਤੀ, ਆਖਣ ਕਿ ਫਰੀਦਾ ਬਾਰ ਪਰਾਏ ਬੈਸਣਾ। ਬਾਰ ਕਿਹਾ ਜਾਂਦਾ ਹੈ ਬੂਹੇ ਨੂੰ, ਦਰਵਾਜ਼ੇ ਨੂੰ। ਪਰਾਏ ਤੋਂ ਪਾਓ ਪਰਾਏ, ਬੂਹੇ ਦੇ ਉੱਪਰ ਬਹਿਣਾ। ਫਰੀਦਾ ਬਾਰ ਪਰਾਏ ਬੈਸਣਾ, ਕਿ ਮੇਰੇ ਤੇ ਇਹ ਸਮਾਂ ਆਏ ਕਿ ਮੈਂ ਪਰਾਏ ਬੂਹੇ ਦੇ ਉੱਪਰ ਜਾ ਕੇ ਮੈਨੂੰ ਬਹਿਣਾ ਪੈ ਜਾਏ। ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਸਾਈਂ ਮੁਝੇ ਨਾ ਦੇ, हे मेरे साईं, हे मेरे मालिक, मेरे ते एक कृपा करी कि मेरे ते ऐसा समा ना आए कि मैं अपने मालिक दा, अपने प्रभु दा घर छोड़ के किसी होर बूहे दी टेक लैनी पे, किसी होर दरवाजे दे उपर जाके मैनू बहना पे। ते फिर अगे बाबा फरीद साहब आखते ने कि जे तू एवं रखसी, जे तेनू इस तरह भावदा होए ना, ते एक रहमत करी,
ਜਿਉ ਸ਼ਰੀਰੋਂ ਲੇਹ, ਜਿਉ ਤੂੰ ਪਾਉਂਦਾ ਜਿੰਦ ਨੂੰ ਸ਼ਰੀਰ ਤੋਂ ਭਾਵ ਇਸ ਦੇਹੀ ਦੇ ਵਿੱਚੋਂ ਕੱਢ ਲਈ, ਆਪਣੇ ਚਰਨਾਂ ਦੇ ਟਿਕਾ ਲਈ, ਕਿਉਂਕਿ ਮਾਲਕ ਮੈਂ ਜਿੰਦਿਆਂ ਹੋਇਆਂ ਵੀ ਕੇਵਲ ਤੇਰੀ ਹੀ ਟੇਕ ਹੈ, ਤੇ ਮਾਲਕ ਸੰਸਾਰ ਵਿਚਰਦਿਆਂ ਹੋਇਆਂ ਤੇਰੀ ਟੇਕ, ਤੇ ਅਖੀਰ ਵੀ ਮਾਲਕ ਤੇਰੇ ਚਰਨਾਂ ਦੇ ਵਿੱਚ ਮੈਂ ਜਾ ਕੇ ਪੜਨਾ ਹੈ। ਇਸ ਲਈ ਮੈਨੂੰ ਇੱਕ ਮਾਲਕ ਦਾ ਭਰੋਸਾ ਹੈ, ਪ੍ਰਭੂ ਦਾ ਹੀ ਵਿਸ਼ਵਾਸ ਹੈ। ਹੁਣ ਇੱਥੇ ਮਨੁੱਖ ਦੀ ਟੇਕ ਨਿਰੰਕਾਰ ਦੇ ਉੱਪਰ ਬਣੀ ਰਹੇ, ਉਹ ਉਪਦੇਸ਼ ਬਾਬਾ ਫਰੀਦ ਸਾਹਿਬ ਰਹਿਮਤ ਕਰਦੇ ਨੇ। ਕਿਉਂਕਿ ਇਸ ਜਗਤ ਦੇ ਅੰਦਰ ਰੱਬ ਦਾ ਜੋ ਕੁਦਰਤ ਦਾ ਨਿਯਮ ਹੈ, ਪਰਮਾਤਮਾ ਨੇ ਸੰਸਾਰ ਦੇ ਅੰਦਰ ਭਿੰਨ ਭਿੰਨ ਤਰ੍ਹਾਂ ਦੇ ਲੋਕ ਬਣਾਏ ਨੇ, ਤੇ ਇੰਜ ਕਹਿ ਲਵਾਂ ਕਿ ਰੱਬ ਨੇ ਸੰਸਾਰ ਅੰਦਰ ਸੁਖ ਵੀ ਨੇ, ਦੁੱਖ ਵੀ ਨੇ, ਰਾਜੇ ਵੀ ਨੇ ਤੇ ਭਿਖਾਰੀ ਵੀ ਨੇ। ਸਤਿਗੁਰੂ ਮਹਾਰਾਜ ਰਹਿਰਾਜ ਸਾਹਿਬ ਦੀ ਬਾਣੀ ਅੰਦਰ ਅਸੀਂ ਪੜ੍ਹਦੇ ਹਾਂ, ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਦਾਤਾ ਭਾਵੇਂ ਉਹ ਸੰਸਾਰ ਅੰਦਰ ਆਪਣੇ ਆਪ ਨੂੰ ਰਾਜੇ ਅਖਵਾਉਂਦੇ ਹੋਣ, ਧਨ ਦੌਲਤ ਦੀ ਅੰਬਾਰ ਲੱਗੇ ਹੋਣ ਜਿਨ੍ਹਾਂ ਦੇ ਘਰਾਂ ਦੇ ਵਿੱਚ, ਤੇ ਇੱਕ ਭਿਖਾਰੀ ਜੀ, ਇੱਕ ਭਿਖਾਰੀ ਜੋ ਦਾਨ ਮੰਗਦੇ ਨੇ, ਭਿਕਸ਼ਾ ਮੰਗਦੇ ਨੇ। ਸਭ ਤੇਰੇ ਚੋਜ ਵਿਡਾਣਾ, ਦਾਤਾ ਇਹ ਤੇਰੇ ਚੋਜ ਨੇ, ਕਿਉਂਕਿ ਦਾਤੇ ਅੰਦਰ ਵੀ ਤੂੰ ਆਪ ਹੈ, ਭਿਖਾਰੀ ਅੰਦਰ ਵੀ ਤੂੰ ਆਪ ਹੈ। ਪਰ ਇਹ ਇਨਸਾਨ ਇਹ ਨਾ ਹੋਏ ਕਿ ਸੁੱਖਾਂ ਦੇ ਖਾਤਰ ਤੂੰ ਆਪਣੇ ਮਾਲਕ ਦਾ, ਪ੍ਰਭੂ ਦਾ ਬੂਹਾ ਛੋੜ ਕੇ ਤੈਨੂੰ ਦਰ ਦਰ ਦੀ ਮੁਹਤਾਜਗੀ ਕਰਨੀ ਪਏ। ਜਿਸ ਹਾਲਤ ਦੇ ਅੰਦਰ ਵੀ ਰੱਬ ਨੇ ਰੱਖਿਆ ਹੈ, ਉਸੇ ਹਾਲਤ ਵਿੱਚ ਰੱਬ ਦਾ ਸ਼ੁਕਰ ਕਰਨਾ ਕਿ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਭੀ ਤੁਝੇ ਤੇ ਆਈ। ਕਿਉਂਕਿ ਦੁੱਖ ਸੁਖ ਦੋਏ ਕਰ ਕੱਪੜੇ, ਦੁੱਖ ਔਰ ਸੁਖ ਐਸੇ ਦੋ ਕੱਪੜੇ ਨੇ ਜੋ ਮਨੁੱਖ ਨੂੰ ਸਮੇਂ ਦੇ ਨਾਲ ਧਾਰਨ ਕਰਨੇ ਪੈਂਦੇ ਨੇ। ਪਰ ਸੁੱਖਾਂ ਦੇ ਵਿੱਚ ਆਪੇ ਤੂੰ ਬਾਹਰ ਨਾ ਹੋ ਕੇ ਰੱਬ ਦਾ ਸ਼ੁਕਰ ਕਰਕੇ, ਦਾਤਾ ਇਹ ਤੇਰੀ ਦਿੱਤੀ ਹੋਈ ਦਾਤ ਹੈ। ਜੇ ਦੁੱਖ ਆਏ ਤੇ ਉਸ ਮਾਲਕ ਦੀ ਰਜ਼ਾ, ਪ੍ਰਭੂ ਦਾ ਹੁਕਮ ਇਸ ਨੂੰ ਮੰਨ ਕੇ ਚੱਲਿਆ ਕਰ। ਸਤਿਗੁਰ ਮਹਾਰਾਜ ਦੀ ਪਾਵਨ ਬਾਣੀ ਦੇ ਬਚਨ ਆਂਦਾ ਹੈ ਕਿ ਕਬਹੂ ਖੀਰ ਖਾਂਡ ਘਿਓ ਨਾ ਭਾਵੈ, ਕਬਹੂ ਘਰ ਕਰ ਟੂਕ ਮੰਗਾਵੇ। ਕਦੇ ਐਸਾ ਸਮਾਂ ਸੀ ਕਿ ਘਿਓ ਨਹੀਂ ਸੀ ਭਾਂਦਾ, ਖੀਰ ਨਹੀਂ ਸੀ ਭਾਂਦੀ, ਖਾਂਡ ਭਾਵ ਕੇ ਮਿੱਠਾ ਜਿਹੜਾ ਹੈ ਉਹ ਚੰਗਾ ਨਹੀਂ ਸੀ ਲੱਗਦਾ। ਕਬਹੂ ਖੀਰ ਖਾਂਡ ਘਿਓ ਨਾ ਭਾਵੇ, ਤੇ ਕਬਹੂ ਘਰ ਘਰ ਟੂਕ ਮੰਗਾਵੇ, ਕਦੇ ਘਰ ਘਰ ਦੇ ਜਾ ਕੇ ਟੁੱਕੜ ਮੰਗਵਾਉਂਦਾ ਹੈ। ਮੇਰੇ ਮਾਲਕ ਆਖਦੇ ਨੇ ਕਿ ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਜਿਵੇਂ ਮੇਰਾ ਮਾਲਕ ਰੱਖਦਾ ਹੈ ਨਾ, ਉਸ ਮਾਲਕ ਦੀ ਰਜ਼ਾ ਦੇ ਅੰਦਰ ਰਹਿ। ਤੇ ਨਾਲ ਬਾਬਾ ਫਰੀਦ ਸਾਹਿਬ ਨੇ ਆਖਿਆ ਕਿ ਮੇਰੇ ਤੇ ਸਮਾਂ ਨਾ ਆਏ ਕਿ ਦਾਤਾ ਤੇਰਾ ਘਰ ਛੋੜ ਕੇ ਕਿਤੇ ਹੋਰ ਦਰ ਦੇ ਉੱਪਰ ਮੈਨੂੰ ਬਹਿਣਾ ਪਏ। ਮੈਂ ਜਿੰਦਿਆਂ ਹੋਇਆਂ ਰੱਬ ਦੇ ਭਰੋਸੇ ਦੇ ਉੱਪਰ, ਰੱਬ ਦੀ ਟੇਕ ਲੈ ਕੇ ਰਹਿੰਦਾ ਹਾਂ। ਸੁਖਮਨੀ ਸਾਹਿਬ ਦੀ ਬਾਣੀ ਅੰਦਰ ਆਪ ਜੀ ਪੜ੍ਹਦੇ ਹੋ, ਮਹਾਰਾਜ ਆਖਦੇ ਨੇ ਕਿ ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੇ ਥਕ ਪਾਹੇ। ਕਈ ਕਰੋੜਾਂ ਐਸੇ ਨੇ ਜੋ ਬੈਠੀਆਂ ਹੋਈਆਂ ਖਾ ਰਹੇ ਨੇ, ਇਤਨਾ ਕਮਾਇਆ ਹੋਏ ਬੈਠੀਆਂ ਹੋਈਆਂ ਹੀ ਉਹਨਾਂ ਨੂੰ ਮਿਲ ਰਹੀ ਹੈ, ਕਮਾਉਣ ਦੀ ਲੋੜ ਹੀ ਨਹੀਂ। ਕਈ ਕੋਟ ਘਾਲੇ ਥਕ ਪਾਹੇ, ਬੜੀ ਘਾਲਾਂ ਕਰਦੇ ਨੇ, ਸਵੇਰੇ ਤੋਂ ਸ਼ਾਮ ਤੱਕ ਮਿਹਨਤਾਂ ਕਰਦੇ ਨੇ, ਮਜ਼ਦੂਰੀਆਂ ਕਰਦੀਆਂ ਨੇ, ਆਪਣੀ ਕਿਰਤ ਕਮਾਈ ਕਰਦੇ ਨੇ ਸਾਰਾ ਜੀਵਨ। ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੇ ਥਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ। ਅਖੀਰ ਦੇ ਗੁਰੂ ਬਾਬਾ ਜੀ ਆਖਦੇ ਨੇ ਕਿ ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਹਾਥੇ। ਮੇਰਾ ਮਾਲਕ ਜਿਸ ਵੀ ਹਾਲਤ ਵਿੱਚ ਰੱਖਦਾ ਹੈ, ਉਸ ਹਾਲਤ ਵਿੱਚ ਰਹਿ ਕੇ ਰੱਬ ਦਾ ਸ਼ੁਕਰ ਕਰ, ਕਿਉਂਕਿ ਉਸ ਮਾਲਕ ਦੀ ਮਰਜ਼ੀ ਹੈ। ਦੇਖੋ ਗੁਰਦੇਵ ਨੇ ਪਾਵਨ ਬਾਣੀ ਦੇ ਬਚਨ ਕੀਤੇ ਨੇ। ਮਹਾਰਾਜ ਆਖਦੇ ਨੇ ਕਿ ਹਰ ਕੀ ਗਤ ਨਾ ਕੋ ਜਾਣੈ, ਜੋਗੀ ਜਪ ਤਪੀ, ਜੋਗੀ ਜਤੀ ਤਪੀ ਪਚਹਾਰੇ, ਅਰਬੋ ਲੋਗ ਸਿਆਣੇ। ਕਿ ਹਰੀ ਦੀ ਗਤ ਕੋਈ ਜਾਣ ਨਹੀਂ ਸਕਦਾ। ਹਰ ਕੀ ਗਤ ਨਾ ਕੋ ਜਾਣੈ,
जोगी जति तपी पचहारे अरबो लोग सियाने खिन मैं राव रंग को कर रही। राव कहता राजे नूं ਉਹਨੂੰ रंग कर दिंदा है। राव रंग कर डारे रीते भरे भरे सखनावे या तक को बुहारे। ਇਹ ਉਹਦਾ ਰੋਜ਼ ਦਾ ਕੰਮ ਹੈ, ਜਿਹਨੂੰ ਕਬੀਰ ਸਾਹਿਬ ਆਖਦੇ ਨੇ ਕਿ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਇਹ ਉਸ ਮਾਲਕ ਦੀ ਮਰਜ਼ੀ ਹੈ। ਪਰ ਗੁਰਦੇਵ ਆਖਦੇ ਨੇ ਕਿ ਜੋ ਰਾਮ ਰਾਖਿਆ ਤਿਉ ਰਹੀ ਹੈ ਰੇ ਭਾਈ। ਜਿਵੇਂ ਰਾਮ ਰੱਖਦਾ ਹੈ, ਪਰਮੇਸ਼ਰ ਰੱਖਦਾ ਹੈ ਨਾ, ਉਹਦੀ ਰਜ਼ਾ ਦੇ ਚ ਰਹਿ। ਇਹ ਨਹੀਂ ਕਿ ਸੁਖ ਆਏ ਤੇ ਵਾਹਿਗੁਰੂ ਦਾ ਬੜਾ ਸ਼ੁਕਰ ਹੈ, ਜੇ ਦੁੱਖ ਆਏ ਤੇ ਰੱਬ ਨੂੰ ਉਲਾਮੇ ਹੀ ਦੇਈ ਜਾਏ ਤੂੰ। ਤਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ 10 ਵਸਤੂ ਲੈ ਪਾਛੈ ਪਾਵੇ, ਏਕ ਵਸਤ ਕਾਰਨ ਬਿਖੋਟ ਗਵਾਵੇ। ਏਕ ਭੀ ਨਾ ਦੇ 10 ਭੀ ਹਿਰਲੇ। ਉਹ ਰੱਬ ਇੱਕ ਵੀ ਨਾ ਦੇ, 10 ਦਿੱਤੀਆਂ ਹੋਈਆਂ ਵੀ ਲੈ ਲੇ ਤੋ ਮੂੜਾ ਕੋ ਕਾਹਾ ਕਰੇ। ਕੀ ਕਰ ਸਕਦਾ ਹੈ? ਇਸ ਲਈ ਜਿਉ ਰਾਮ ਰਾਖੈ ਤਿਉ ਰਹੀ ਹੈ ਰੇ ਭਾਈ। ਜਿਵੇਂ ਰੱਬ ਰੱਖਦਾ ਨਾ, ਰੱਬ ਦੀ ਰਜ਼ਾ ਦੇ ਅੰਦਰ ਤੂੰ ਰਾਜੀ ਰਹਿ। क्योंकि मानुक की टेक बिरथी सब जान देवन को एक है भगवान। मनुख ने मनुख की टेक ਲਈ हुई है। ਤੇ ਅੱਜ ਜੋ ਗੱਲ ਕੀਤੀ ਬਾਬਾ ਫਰੀਦ ਸਾਹਿਬ ਨੇ, ਆਖਦੇ ਕਿ ਲੋਕਾਂ ਦੀ ਮੁਹਤਾਜੀ ਨਾ ਕਰ, ਆਪਣੇ ਰੱਬ ਦੇ ਉੱਪਰ ਭਰੋਸਾ ਰੱਖ। ਕਿਉਂਕਿ ਹੋਏ ਗੁਰੂ ਨਾਨਕ ਦਾ ਸਿੱਖ ਔਰ ਸੀਸ ਕਿਤੇ ਹੋਰ ਜਾ ਕੇ ਝੁਕਾਉਂਦਾ ਹੋਏ। कबीर साहब ने फिर कह दिता कि रे जी निलज लाज तोहे नाही। हे निलज जी, बेशर्म जी, तेनू लाज नहीं आती, शर्म नहीं आती। हर तज कत काहू के जाई जाका ठाकुर ऊंचा होई। सो जन पर कर जात ना सो, जिहदा मालिक इतना उच्चा होए वो किसी होर दे दर दे उपर नहीं शोभदा। इस मालिक दे घर ते तू आस करके आएगा ते देंदा दे लैंदे थक पाए। जुगा जुगंतर खाए खाए। फरीद साहब आखदे ने कि मैनू मालिक दी टेक है कि बाहर पराए वैसना साई मुझे ना दे, मेरे ते वो समा ना आए। क्योंकि प्रभ ते जन जानी जै, जन ते स्वामी, जन तू ते प्रभु दी मालिक दी पछाण है ते प्रभु तू दे सेवक दी पछाण है। मैनू अपने मालिक दे उपर भरोसा है। कबीर साहब ने बाणी अंदर के है, कबीर साहब आखदे ने धर्मां दे ठाडे दरबार, तुझ बिन सुरत करे को मेरी दर्शन दीजै। खोल किवार तुम धन धनी उदार ते आकी। मालिक तू धनी है ते तू उदार भी है। तेरा बहुत बड़ा जिगरा है, क्योंकि तू ते अकिरत घना नूं ही पालदा है। बाणी दे बचन ने कि अकिरत घना हर पालदा, गुरु नानक सद बख्शंद। वो ते अकिरत घना दी प्रतिपाल करदा है। दुख न देखत है पर देत न हार है। तुम धन धनी उदार त्यागी, श्रवणन सुनियत सुजस तुमार। मांगो काहे रंग सब देखो। कबीर साहब आखदे मैं मंगा किलकू, सारे मैनू रंग नजर आते ने, कंगाल नजर आते ने, क्योंकि देण वाला केवल तू ही है। देण वाला ते वो मालिक है ना कि जगत भिखारी फिरत है सबको दाता ना। ते फिर उस मालिक दी ही टेक लख, दुनिया दियां मुथाजियां जड़ियां ने वो छड़ दे। लोकां दे दर दर दे पे जाके मंगना जड़ा है वो त्याग दे। भगत नामदेव जीवन की घटना है। भगत नामदेव बड़ी भगती दे प्रभु के प्रेम विच रंगे हुए ते भगत नामदेव बादशाह के घर गए, दरबार दे च गए। उत्थे भगत नामदेव की नज़र बादशाह के पलंग वाल पै गई, सेजा वाल पै गई ते सुभावक निकलिया। आखन लगे बादशाह तुहाडी सेज बड़ी सुंदर है। बादशाह ने कहा कि नामदेव ये सेज हुण तू अपने नाल लै जा, असीं तैनूं दे रहे हैं, गिफ्ट दे रहे हैं। भगत नामदेव ने बड़ा मना किया पर नहीं मनिया बादशाह। अपने नाल सैनिक भेजते भई जाके नामदेव दे घर जाके छोड़ के आओ। रस्ते अंदर दरिया पैंदा सी ते भगत नामदेव ने कहा कि ये जो सेजा है ये दरिया दे सुट दिओ। मैनूं बादशाह ने दित्ती है, मेरी मर्जी है
ਇਹ ਦਰਿਆ ਦੇ ਸੁੱਟ ਦਿਓ। ਉਹ ਸੁੱਟ ਕੇ ਚਲੇ ਤਾਂ ਗਏ, ਪਰ ਰਾਤ ਜਾ ਕੇ ਬਾਦਸ਼ਾਹ ਨੂੰ ਕਹਿਣਗੇ ਕਿ ਬਾਦਸ਼ਾਹ, ਤੁਸੀਂ ਇਸ ਫਕੀਰ ਨੂੰ ਸੇਜਾ ਦਿੱਤੀ ਹੈ, ਉਹ ਸੇਜਾ ਤੇ ਸੌਣ ਲਾਇਕ ਨਹੀਂ ਹੈ। ਤੁਹਾਡੀ ਦਿੱਤੀ ਹੋਈ ਇਤਨੀ ਕੀਮਤੀ ਜੋ ਸੇਜਾ ਹੈ, ਪਲੰਗ ਹੈ, ਉਹਨੇ ਤੇ ਦਰਿਆ ਦੇ ਸੁੱਟਵਾ ਦਿੱਤਾ ਹੈ। ਬਾਦਸ਼ਾਹ ਨੂੰ ਬੜਾ ਫੀਲ ਹੋਇਆ। ਉਹ ਕਹਿਣ ਲੱਗਾ ਕਿ ਨਾਮਦੇਵ ਨੂੰ ਬੁਲਾ ਕੇ ਲੈ ਆਓ। ਨਾਮਦੇਵ ਨੂੰ ਬੁਲਾਇਆ ਗਿਆ। ਆਖਣ ਲੱਗੇ ਨਾਮਦੇਵ, ਹੁਣ ਬਾਦਸ਼ਾਹ ਨੇ ਆਪ ਦਿੱਤਾ ਸੀ, ਕਹਿਣ ਲੱਗਾ ਨਾਮਦੇਵ, ਤੈਨੂੰ ਅਸੀਂ ਸੇਜਾ ਦਿੱਤੀ ਹੈ, ਪਰ ਬੱਚੇ ਸਾਡੇ ਉੱਤੇ ਪਰ ਸੌਂਦੇ ਨੇ, ਇੱਕ ਰਾਤ ਵਾਸਤੇ ਸਾਨੂੰ ਉਹ ਚਾਹੀਦੀ ਹੈ। ਫਿਰ ਤੁਸੀਂ ਵਾਪਸ ਭਾਵੇਂ ਉਸ ਨੂੰ ਲੈ ਜਾਣਾ, ਤੁਹਾਡੇ ਉਸੇ ਹੋਰ ਬਣਵਾ ਦਿਆਂਗੇ। ਹੁਣ ਭਗਤ ਨਾਮਦੇਵ ਜੀ ਉਸ ਬਾਦਸ਼ਾਹ ਦੇ ਨਾਲ ਉਸ ਦਰਿਆ ਦੇ ਉੱਪਰ ਪਹੁੰਚੇ ਤੇ ਆਖਣ ਲੱਗੇ, ਬਾਦਸ਼ਾਹ ਅੱਖ ਭਰ ਕੇ ਦੇਖ ਤੇਰੀ ਕਿਹੜੀ ਸੇਜਾ ਹੈ। ਤੇ ਗੁਰਬਾਣੀ ਆਖਦੀ ਹੈ ਫਿਰ ਉਹਦੇ ਚੋਂ ਕਈ ਸੇਜਾਵਾਂ ਉਸ ਬਾਦਸ਼ਾਹ ਨਜ਼ਰ ਆਈਆਂ। ਇਹ ਗੁਰਬਾਣੀ ਦੇ ਬਚਨ ਨੇ, ਜਿਉ ਗੁਰਦੇਵ ਤਾਂ ਸੇਜ ਨਿਕਸਾਈ। ਤੇ ਉਹ ਸੇਜਾ ਜਿਵੇਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹਜੂਰ ਸਾਹਿਬ ਦੀ ਧਰਤੀ ਉੱਪਰ ਜਿਹੜੀਆਂ ਸੰਗਤਾਂ ਗੁਰੂ ਕੇ ਉਸ ਪਾਵਨ ਸਥਾਨ ਦੇ ਉੱਪਰ ਗਈਆਂ ਨੇ, ਉਹਨਾਂ ਨੂੰ ਪਤਾ ਹੈ ਉਥੇ ਇੱਕ ਸਥਾਨ ਹੈ ਹੀਰਾ ਘਾਟ। ਬਾਦਸ਼ਾਹ ਨੇ ਜਦੋਂ ਬਹਾਦਰ ਸ਼ਾਹ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਨਜ਼ਰਾਨਾ ਜਿਹੜਾ ਹੀਰਾ ਭੇਟ ਕੀਤਾ, ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪਣੀ ਮੋਚ ਦੇ ਅੰਦਰ ਉਹ ਹੀਰਾ ਜਿਹੜਾ ਹੈ ਦਰਿਆ ਦੇ ਸੁੱਟ ਦਿੱਤਾ। ਬਾਦਸ਼ਾਹ ਆਖਣਗਾ ਕਿ ਹੇ ਗੁਰਦੇਵ ਪਾਤਸ਼ਾਹ, ਮੈਂ ਇਹ ਬੜਾ ਨਜ਼ਰਾਨਾ ਭੇਟ ਕੀਤਾ ਤੁਹਾਡੇ ਚਰਨਾਂ ਦੇ, ਤੇ ਤੁਸੀਂ ਇਹ ਹੀਰਾ ਇਸ ਦਰਿਆ ਦੇ ਸੁੱਟ ਦਿੱਤਾ ਹੈ। ਮੇਰੇ ਮਾਲਕ ਧੰਨ ਗੁਰੂ ਕਲਗੀਧਰ ਆਖਣਗੇ, ਕਿਹੜੇ ਹੀਰੇ ਦੀ ਗੱਲ ਕਰਦੇ ਹੋ? ਜਾ ਕੇ ਦੇਖੋ ਤਾਂ ਅਸੀਂ। ਤੇ ਕੀ ਦੇਖਦਾ ਹੈ ਬਹਾਦਰ ਸ਼ਾਹ? ਉਥੇ ਇੱਕ ਹੀਰਾ ਨਹੀਂ, ਉਥੇ ਬੇਅੰਤ ਹੀਰੇ ਪਏ ਨੇ। ਉਸ ਸਥਾਨ ਦਾ ਨਾਮ ਹੀਰਾ ਘਾਟ ਹੈ, ਹਜੂਰ ਸਾਹਿਬ ਦੀ ਪਾਵਨ ਧਰਤੀ ਤੇ। ਹੁਣ ਇੱਥੇ ਮੋਥਾਜੀ ਨਹੀਂ ਹੈ, ਟੇਕ ਇੱਕ ਨਿਰੰਕਾਰ ਦੀ ਹੈ, ਇੱਕ ਰੱਬ ਦੀ ਹੈ, ਜਿਸ ਨੂੰ ਭਗਤ ਫਰੀਦ ਜੀ ਆਖਦੇ ਨੇ ਕਿ ਫਰੀਦਾ ਬਾਹਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੇ ਜਿਉ ਸ਼ਰੀਰੋਂ ਨੇ। ਤੇ ਗੁਰੂ ਅਰਜੁਨ ਦੇਵ ਮਹਾਰਾਜ ਦਾ ਜਦੋਂ ਜੀਵਨ ਅਸੀਂ ਪੜ੍ਹਦੇ ਆ ਨਾ, ਤੇ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਗੁਰਤਾ ਗੱਦੀ ਪਰ ਜਿਸ ਦਿਨ ਬਿਰਾਜਮਾਨ ਹੋਏ, ਇਤਿਹਾਸ ਤੇ ਬੜਾ ਲੰਮੇਰਾ ਹੈ। ਗੁਰਤਾ ਗੱਦੀ ਪਰ ਜਦੋਂ ਬਿਰਾਜਮਾਨ ਹੋਏ ਤੇ ਬਾਬਾ ਪ੍ਰਿਥੀ ਚੰਦ ਨੇ ਸਭ ਤੋਂ ਵੱਧ ਵਿਰੋਧਤਾ ਕੀਤੀ ਹੈ। ਇੱਥੋਂ ਤੱਕ ਬਾਬਾ ਪ੍ਰਿਥੀ ਚੰਦ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋ ਪਿਤਾ ਲੱਗਦੇ ਨੇ, ਉਹਨਾਂ ਦੇ ਨਾਲ ਉਹ ਝਗੜੇ ਵੀ ਨੇ। ਤੇ ਗੁਰਬਾਣੀ ਅੰਦਰ ਗੁਰੂ ਰਾਮਦਾਸ ਮਹਾਰਾਜ ਨੇ ਇਹ ਬਚਨ ਅੰਕਿਤ ਕੀਤੇ ਨੇ। ਉਹ ਆਖਦੇ ਨੇ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗੜਤ ਪਾਪ, ਕਿ ਜਿਨ੍ਹਾਂ ਦੇ ਤੁਸੀਂ ਪੈਦਾ ਕੀਤੇ ਹੋ ਮਾਂ ਬਾਪ ਦੇ, ਉਹਨਾਂ ਦੇ ਨਾਲ ਝਗੜਨਾ ਪਾਪ ਹੈ। ਹੁਣ ਦੇਖੋ ਸਿੱਖਿਆ ਵੀ ਬੜੀ ਪਿਆਰੀ ਹੈ ਇੱਥੇ ਕਿ ਮਾਂ ਬਾਪ ਦੀ ਸੇਵਾ ਦਾ ਭਾਵ ਬੱਚਿਆਂ ਦੇ ਹਿਰਦੇ ਅੰਦਰ ਗੁਰਬਾਣੀ ਸਾਨੂੰ ਸਿਖਾਉਂਦੀ ਹੈ। ਪਰ ਖਿਮਾ ਕਰਕੇ ਮੈਨੂੰ ਖਿਮਾ ਕਰ ਦੇਣਾ, ਅੱਜ ਅਸੀਂ ਬੱਚਿਆਂ ਨੂੰ ਗੁਰਬਾਣੀ ਵਾਲੇ ਪਾਸੇ ਤੇ ਜੋੜਿਆ ਹੀ ਨਹੀਂ ਹੈ। ਬੱਚਿਆਂ ਸਾਡਿਆਂ ਨੂੰ ਅੱਜ ਜਪਜੀ ਸਾਹਿਬ ਦਾ ਨਹੀਂ ਹੈ ਪਤਾ। ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ, ਪਰ ਬਹੁਤਾਤ ਦੇ ਵਿੱਚ ਅੱਜ ਸਾਡੇ ਬੱਚੇ ਸਿੱਖੀ ਤੋਂ ਜੇ ਦੂਰ ਹੋ ਰਹੇ ਨੇ, ਬਾਣੀ ਤੋਂ ਦੂਰ ਹੋ ਰਹੇ ਨੇ, ਤੇ ਸਾਡੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਅਸੀਂ ਬੜੇ ਜਿਹੜੀ ਸ਼ਰਧਾ ਦੇ ਨਾਲ ਉਹ ਜ਼ਿੰਮੇਵਾਰੀ ਨੂੰ ਨਹੀਂ ਨਿਭਾਇਆ, ਭਾਵੇਂ ਉਹ ਪਰਿਵਾਰ ਦੇ ਜੀ ਨੇ ਤੇ ਭਾਵੇਂ ਘਰ ਦੇ ਮੈਂਬਰ ਨੇ। ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਇਸਲਾਮ ਧਰਮ ਦੇ ਵਿੱਚ 4.5 ਸਾਲ ਦੇ ਬੱਚੇ ਨੂੰ ਕੁਰਾਨ ਸ਼ਰੀਫ ਪੜ੍ਹਨੀ ਲਾਜ਼ਮੀ ਹੈ। ਅਸੀਂ ਕਹਿ ਦਿੰਦੇ ਹਾਂ ਕਿ ਜੇ ਬੱਚੇ ਦੀ ਉਮਰ ਛੋਟੀ ਹੈ ਜੀ, ਪਰ ਬੱਚੇ ਦੀ ਉਮਰ ਸਾਨੂੰ ਲੱਗ ਰਿਹਾ ਕਿ ਬੱਚਾ 4 ਸਾਲ ਦਾ ਹੈ, 5 ਸਾਲ ਦਾ ਹੈ, ਪਰ ਅਸਲ ਦੇ ਤੇ ਬਹੁਤ ਲੰਬੀ ਯਾਤਰਾ ਕਰਕੇ ਉਸ ਜੂਨ ਦੇ ਵਿੱਚ ਆਇਆ ਹੈ। ਕਹਿਣ ਦੇਣਾ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰੰਕਾਲ ਤੋਂ ਬਾਅਦ ਇਹ ਦੇਹ ਹੀ ਮਿਲੀ ਹੈ। ਔਰ ਜਿਹੜੇ ਬੱਚੇ
ਪਹਿਲੀ ਉਮਰ ਦੇ ਅੰਦਰ ਬਾਣੀ ਦੇ ਨਾਲ ਜੁੜ ਜਾਂਦੇ ਨੇ। ਤੁਸੀਂ ਸੰਸਾਰ ਤੇ ਵਿਚਰ ਕੇ ਦੇਖ ਲੈਣਾ ਜਾਂ ਪੁੱਛ ਕੇ ਦੇਖ ਲੈਣਾ, ਉਹ ਸਾਰਾ ਜੀਵਨ ਬੱਚਿਆਂ ਨੂੰ ਬਾਣੀ, ਉਹ ਉਪਦੇਸ਼, ਉਹ ਸਿੱਖਿਆਵਾਂ ਨਹੀਂ ਭੁੱਲਦੀਆਂ। ਜੋ ਪੁਰਾਣੇ ਸਮੇਂ ਅੰਦਰ ਬਜ਼ੁਰਗ ਘਰ ਦੇ ਅੰਦਰ, ਭਾਵੇਂ ਉਹ ਨਾਨੀਆਂ ਸਨ ਤੇ ਭਾਵੇਂ ਦਾਦੀਆਂ ਸਨ, ਉਹ ਬੱਚਿਆਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਸਾਖੀਆਂ ਸੁਣੀਆਂ ਕਰਦੀਆਂ ਸਨ। ਇਹ ਸੋਲ੍ਹਾ ਸਾਹਿਬ ਦਾ ਵਿਧਾਨ ਵੀ ਤਾਂ ਹੀ ਹੈ ਕਿ ਘੱਟ ਤੋਂ ਘੱਟ ਸੋਲ੍ਹਾ ਸਾਹਿਬ ਦੀ ਬਾਣੀ ਪੜ੍ਹ ਕੇ ਬੱਚੇ, ਪਰਿਵਾਰ ਦੇ ਜੀਅ ਜਿਹੜੇ ਸੌਣ ਨੇ। ਪਰ ਅੱਜ ਹਾਲਾਤ ਸਾਰਿਆਂ ਦੇ ਕੀ ਨੇ, ਮੇਰੇ ਸਮੇਤ। ਸਤਿਗੁਰੂ ਮਹਾਰਾਜ ਆਖਦੇ ਨੇ ਕਿ ਮੈਨੂੰ ਉਸ ਮਾਲਕ ਦੀ, ਪਰਮੇਸ਼ਰ ਦੀ ਟੇਕ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਭ ਤੋਂ ਵੱਧ ਵਿਰੋਧਤਾ ਜਿਹੜੀ ਕੀਤੀ ਹੈ, ਉਹ ਬਾਬਾ ਪ੍ਰਿਥੀ ਚੰਦ ਜੀ ਨੇ ਕੀਤੀ ਹੈ। ਭਾਵੇਂ ਉਹ ਗੁਰਤਾ ਗੱਦੀ ਦੇਣ ਵੇਲੇ ਹੋਏ, ਗੁਰਤਾ ਗੱਦੀ ਤੋਂ ਬਾਅਦ ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਨੇ, ਤੇ ਇਹਦਾ ਇਲਜ਼ਾਮ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਪਰ ਲੱਗਾ ਕਿ ਇਹਨਾਂ ਨੇ ਹੀ ਪਤਾ ਨਹੀਂ ਕੀ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਚੰਗੇ ਭਲੇ ਸੰਸਾਰ ਤੋਂ ਚਲੇ ਗਏ ਨੇ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਤਪੇ ਨਹੀਂ। ਜਦੋਂ ਪਗੜੀ ਦੀ ਰਸਮ ਹੋਈ ਤੇ ਪਗੜੀ ਦੀ ਰਸਮ ਵੀ ਖੋਲੀ ਬਾਬਾ ਪ੍ਰਿਥੀ ਚੰਦ ਜੀ ਨੇ। ਮੈਂ ਪਹਿਲਾਂ ਕਿਹਾ ਕਿ ਬੜਾ ਲੰਬੇਰਾ ਇਤਿਹਾਸ ਹੈ, ਕੇਵਲ ਟੂਕ ਮਾਤਰ ਵਿੱਚ ਅਰਜ਼ ਕਰ ਰਹੇ ਆ, ਪਰ ਫਿਰ ਵੀ ਉਹ ਤਪੇ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨ ਲਈ 3 ਮਾਰੂ ਹਮਲੇ ਕੀਤੇ ਬਾਬਾ ਪ੍ਰਿਥੀ ਚੰਦ ਜੀ ਨੇ, ਪਰ ਫਿਰ ਵੀ ਨਹੀਂ ਡੋਲੇ, ਫਿਰ ਵੀ ਤਪੇ ਨਹੀਂ। ਇੱਥੇ ਹੀ ਬਸ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਪਰ ਫਿਰ ਚੜ੍ਹਾਈ ਕਰਵਾਉਣ ਲਈ ਸੁਲਹੀ ਖਾਨ ਤੇ ਸੁਲਭੀ ਖਾਨ ਵੀ ਆਏ। ਪਹਿਲਾਂ ਸੁਲਭੀ ਖਾਨ ਆਇਆ, ਫਿਰ ਸੁਲਹੀ ਖਾਨ ਆਇਆ। ਤੇ ਸੁਲਹੀ ਖਾਨ ਜਦੋਂ ਚੜ੍ਹਾਈ ਕਰਕੇ ਆ ਰਹੇ ਹੈ, ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਦਾਤਾ ਸੁਲਹੀ ਖਾਨ ਚੜ੍ਹਾਈ ਕਰਕੇ ਆ ਰਿਹਾ ਹੈ ਤੇ ਕਿਉਂ ਨਾ ਜਾ ਕੇ ਸੁਲਹੀ ਖਾਨ ਨੂੰ ਸਮਝਾਇਆ ਜਾਏ, 2 ਸਿਆਣੇ ਸਿੱਖ ਭੇਜੇ ਜਾਣ ਜਾਂ ਕੋਈ ਚਿੱਠੀ ਭੇਜੀ ਜਾਏ, ਤੇਰਾ ਦਰਵੇਸ਼ਾਂ ਦੇ ਨਾਲ ਕੀ ਵੈਰ ਹੈ, ਕੀ ਵੈਰ ਵਿਰੋਧ ਹੈ ਤੇਰਾ ਉਹਨਾਂ ਦਰਵੇਸ਼ਾਂ ਨਾਲ। ਮਹਾਰਾਜ ਚੁੱਪ ਰਹੇ। ਫਿਰ ਸਿੱਖਾਂ ਨੇ ਆਖਿਆ, ਗੁਰਦੇਵ ਜੇ ਲਿਖਤ ਰੂਪ ਦੇ ਚਿੱਠੀ ਨਹੀਂ ਦੇਣੀ, ਤੁਸੀਂ ਕੰਮ ਕਰੋ, 2 ਸਿਆਣੇ ਸਿੱਖ ਭੇਜ ਦਿਓ। ਮਹਾਰਾਜ ਫਿਰ ਵੀ ਚੁੱਪ ਰਹੇ। ਫਿਰ ਸਿੱਖਾਂ ਨੇ ਅਰਦਾਸ ਕੀਤੀ, ਦਾਤਾ ਚਿੱਠੀ ਨਹੀਂ ਭੇਜਣੀ, ਸਿਆਣੇ ਸਿੱਖ ਨਹੀਂ ਭੇਜਣੇ ਗੱਲ ਲਈ, ਫਿਰ ਕੁਝ ਉਪਾਏ ਕਰੋ। ਮੇਰੇ ਮਾਲਕ ਨੇ ਸਰੰਦਾ ਚੁੱਕ ਲਿਆ। ਜੋ ਸਰੰਦੇ ਨਾਲ ਕੀਰਤਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਮੇਂ ਸ਼ੁਰੂ ਹੋਇਆ, ਪਹਿਲੇ ਰਬਾਬ ਦੇ ਨਾਲ ਹੁੰਦਾ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਨੇ ਸਰੰਦਾ ਚੁੱਕਿਆ ਤੇ ਬਚਨ ਉਚਾਰਨ ਕੀਤੇ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ। ਪਹਿਲਾ ਮਤਾ ਇਹ ਪਕਿਆ, ਜੇ ਪੱਤਰੀ ਚਲਾਓ, ਕੋਈ ਚਿੱਠੀ ਪੱਤਰ ਭੇਜੋ। ਦੁਤੀਏ ਮਤਾ ਦੋ ਮਾਨੁਖ ਪਹੁੰਚਾਵੋ, 2 ਸਿਆਣੇ ਸਿੱਖ ਭੇਜੇ ਜਾਣ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਮਹਾਰਾਜ ਆਖਣ ਲੱਗੇ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਮੈਂ ਸਾਰਾ ਕੁਝ ਛੋੜ ਕੇ ਦਾਤਾ ਤੈਨੂੰ ਹੀ ਧਿਆਇਆ। ਤੇ ਰੱਬ ਦੀ ਕਰਨੀ, ਜਿਹੜਾ ਸੁਲਹੀ ਚੜ੍ਹਾਈ ਕਰਕੇ ਆ ਰਿਹਾ ਸੀ, ਬਾਬਾ ਪ੍ਰਿਥੀ ਚੰਦ ਨੇ ਆਪਣਾ ਰੋਬ ਦਿਖਾਉਣ ਵਾਸਤੇ ਭੱਠਿਆਂ ਵੱਲ ਲੈ ਕੇ ਗਏ ਕਿ ਮੇਰੇ ਇਹ ਭੱਠੇ ਨੇ, ਇਹ ਮੇਰਾ ਕਾਰੋਬਾਰ ਹੈ। ਤੇ ਘੋੜੇ ਸਮੇਤ ਸੁਲਹੀ ਜਦੋਂ ਘੋੜਾ ਤਰਬਕ ਗਿਆ ਤੇ ਭੱਠੇ ਦੇ ਜਾ ਕੇ ਡਿੱਗਿਆ, ਸੜ ਕੇ ਸੁਆਹ ਹੋ ਗਿਆ। ਇਸਲਾਮ ਧਰਮ ਦੇ ਵਿੱਚ ਸਾੜਿਆ ਨਹੀਂ ਜਾਂਦਾ, ਸੰਸਕਾਰ ਨਹੀਂ ਕੀਤਾ ਜਾਂਦਾ, ਮਿੱਟੀ ਦਿੱਤੀ ਜਾਂਦੀ ਹੈ। ਉਹਨਾਂ ਦਾ ਮੰਨਣਾ ਹੈ, ਉਹਨਾਂ ਦੇ ਧਰਮ ਦਾ, ਕਿ ਜੇ ਮਨੁੱਖ ਨੂੰ ਸੰਸਕਾਰ ਕੀਤਾ ਜਾਏ, ਉਹ ਫਿਰ ਦੋਜਕ ਦੀ, ਭਾਵ ਕਿ ਨਰਕਾਂ ਦੀ ਅੱਗ ਦੇ ਸੜਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਉਚਾਰਨ ਕੀਤਾ। ਪਾਤਸ਼ਾਹ ਆਖਦੇ ਨੇ ਕਿ ਸੁਲਹੀ ਤੇ ਨਾਰਾਇਣ ਰਾਖ, ਕਿਉਂਕਿ ਟੇਕ ਇੱਕ ਮਾਲਕ ਦੀ ਹੈ। ਸਾਈਂ ਮਹਾਰਾਜ ਆਖਦੇ ਨੇ ਕਿ ਬਾਹਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਪਾਕ ਕਿਹਾ ਜਾਂਦਾ ਹੈ ਪਵਿੱਤਰ ਨੂੰ, ਨਾਪਾਕ ਤੋਂ ਭਾਵ ਅਪਵਿੱਤਰ। ਕਿ ਸੜ ਕੇ ਉਹ ਸਵਾਹ ਹੋ ਗਿਆ ਜਿਹੜਾ ਸੁਲਹੀ ਚੜ੍ਹਾਈ ਕਰਕੇ ਆ ਰਿਹਾ ਸੀ, ਕਿਉਂਕਿ ਟੇਕ ਇੱਕ ਨਿਰੰਕਾਰ ਦੀ ਹੈ। ਜੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਸ਼ਰਨ ਦੇ ਵਿੱਚ ਭਾਈ ਨੰਦ ਲਾਲ ਜੀ ਆਉਂਦੇ ਨੇ,
ਤੇ ਨੰਦ ਲਾਲ ਜੀ ਨੇ ਇੱਕ ਪੁਸਤਕ ਭੇਟਾ ਕੀਤੀ ਜਿਹਦਾ ਨਾਮ ਉਹਨਾਂ ਨੇ ਲਿਖਿਆ ਸੀ ਕਿ ਬੰਦਗੀ ਨਾਮਾ। ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਭਾਈ ਨੰਦ ਲਾਲ ਜੀ, ਇਹ ਬੰਦਗੀ ਨਾਮਾ ਘੱਟ, ਜ਼ਿੰਦਗੀ ਨਾਮਾ ਜ਼ਿਆਦਾ ਹੈ, ਕਿਉਂਕਿ ਇਸ ਦੇ ਵਿੱਚ ਜੀਵਨ ਜੀਣ ਦਾ ਢੰਗ ਹੈ। ਤੇ ਉਸ ਕਿਤਾਬ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਜ਼ਿੰਦਗੀ ਨਾਮਾ ਜਿਹੜਾ ਹੈ ਉਹ ਨਾਮ ਦਿੱਤਾ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਤੋਂ ਕੁਰਬਾਨ ਜਾਈਏ, ਜਦੋਂ ਭਾਈ ਨੰਦ ਲਾਲ ਜੀ ਆਪਣੇ ਸ਼ੇਰ ਲਿਖਦੇ ਨੇ ਤੇ ਆਖਦੇ ਨੇ ਕਿ ਇਹ ਹਵਾ, ਤੈਨੂੰ ਮੇਰੀ ਇੱਕ ਬੇਨਤੀ ਹੈ ਕਿ ਜਿੰਦਿਆਂ ਹੋਇਆਂ ਮੈਂ ਮਾਲਕ ਦੇ ਚਰਨਾਂ ਅੰਦਰ ਟਿਕਿਆ ਰਵਾਂ, ਪਰ ਜਦੋਂ ਮੈਂ ਸੰਸਾਰ ਤੋਂ ਚਲਾ ਜਾਵਾਂ, ਮੇਰੇ ਇਸ ਸਰੀਰ ਨੂੰ ਸੰਸਕਾਰ ਕੇ ਮੇਰੀ ਰਾਖ ਬਣ ਜਾਏ। ਤੇ ਮੇਰੀ ਰਾਖ ਵੀ ਜਿਹੜੀ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬੂਹੇ ਦੇ ਵਿੱਚ ਜਿਹੜੇ ਗੁਰੂ ਕੇ ਸਿੱਖ ਚੱਲ ਕੇ ਆਉਂਦੇ ਨੇ, ਉਹਨਾਂ ਦੇ ਪੈਰਾਂ ਦੇ ਵਿੱਚ ਰਹੇ, ਕਿ ਲੋਕੀ ਇਹ ਨਾ ਆਖਣ ਕਿ ਭਾਈ ਨੰਦ ਲਾਲ ਹੋਰ ਸਾਰੇ ਦੁਨੀਆ ਦੇ ਸੁੱਖ ਠੁਕਰਾ ਕੇ ਗੁਰੂ ਕਲਗੀਧਰ ਮਹਾਰਾਜ ਦੀ ਸ਼ਰਨ ਵਿੱਚ ਆਇਆ ਤੇ ਕੀ ਅੱਜ ਮਰਨ ਤੋਂ ਬਾਅਦ ਇਹਦੀ ਰਾਖ ਉੱਡ ਰਹੀ ਹੈ। ਆਖਦੇ ਕਿ ਜਿੰਦਿਆਂ ਹੋਇਆਂ ਵੀ ਮਾਲਕ ਦੇ ਚਰਨਾਂ ਦੇ ਵਿੱਚ, ਮਰਨ ਤੋਂ ਬਾਅਦ ਵੀ ਮੇਰੀ ਰਾਖ ਜਿਹੜੀ ਹੈ ਉਹ ਗੁਰੂ ਕੇ ਸਿੱਖਾਂ ਦੇ ਵਿੱਚ ਹੀ ਪੈਰਾਂ ਦੇ ਵਿੱਚ ਰਹੇ। ਬਾਬਾ ਫਰੀਦ ਸਾਹਿਬ ਨੇ ਜਿਹੜੇ ਪ੍ਰਭੂ ਦੀ ਭਗਤੀ ਦੇ ਵਿੱਚ ਰੱਖੇ ਹੋਏ ਨੇ, ਉਹਨਾਂ ਨੂੰ ਇੱਕ ਕੇਵਲ ਰੱਬ ਦਾ ਭਰੋਸਾ ਹੈ। ਤੇ ਆਖਦੇ ਨੇ ਕਿ ਇਨਸਾਨ ਇੱਕ ਮਾਲਕ ਦੀ, ਇੱਕ ਪ੍ਰਭੂ ਦੀ ਟੇਕ ਆਪਣੇ ਹਿਰਦੇ ਅੰਦਰ ਲੈ, ਕਿਉਂਕਿ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ। ਜਿਸ ਮਾਲਕ ਦੀ ਮੈਂ ਸ਼ਰਨ ਪਿਆ, ਉਸ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ। ਜੀ ਤੈਨੂੰ ਉਸ ਮਾਲਕ ਦੇ ਘਰੋਂ ਜੇ ਤੋਟ ਆਂਦਾ ਹੋਏ ਤਾਂ ਤੂੰ ਜਾਏ, ਪਰ ਉਸ ਮਾਲਕ ਦੇ ਦਰ ਦੇ ਉੱਪਰ ਹੀ ਤੂੰ ਟਿਕਿਆ ਰਹਿ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਝ ਹੈ। ਤੇਰੇ ਘਰ ਸਾਰੀਆਂ ਬਰਕਤਾਂ ਨੇ, ਤੇਰੇ ਘਰ ਸਾਰੀਆਂ ਅਨਾਇਤਾਂ ਨੇ, ਸਾਰੀਆਂ ਰਹਿਮਤਾਂ ਨੇ, ਪਰ ਤੂੰ ਝੋਲੀ ਅੱਡ ਕੇ ਮਾਲਕ ਦੇ ਚਰਨਾਂ ਦੇ ਚ ਮੰਗ ਤਾਂ ਸਹੀ, ਉਸ ਮਾਲਕ ਦੇ ਘਰੋਂ ਤੇਰੀਆਂ ਝੋਲੀਆਂ ਭਰ ਜਾਣਗੀਆਂ। ਬਾਬਾ ਫਰੀਦ ਸਾਹਿਬ ਆਖਦੇ ਨੇ, ਫਰੀਦਾ ਬਾਹਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਹ ਵੈ ਰਖਸੇ ਜਿਉ ਸ਼ਰੀਰੋਂ ਲੈ। ਮੇਰੇ ਸਰੀਰ ਵਿੱਚੋਂ ਜਿੰਦ ਨਿਕਲ ਜਾਏ, ਪਰ ਮਾਲਕ ਜਿੰਦਿਆਂ ਹੋਇਆਂ ਵੀ ਮੈਂ ਤੇਰੇ ਸ਼ਰਨ ਵਿੱਚ ਕੇਵਲ ਰੱਬ ਦਾ ਭਰੋਸਾ, ਕੇਵਲ ਮਾਲਕ ਦੀ ਟੇਕ ਆਪਣੇ ਹਿਰਦੇ ਅੰਦਰ ਲੈ ਕੇ ਜਿਉਣਾ ਚਾਹੁੰਦਾ ਹਾਂ। ਉਹੀ ਟੇਕ ਸਾਡੀ ਸਾਰਿਆਂ ਦੀ ਬਣੇ। ਇਹੀ ਅਰਦਾਸ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ, ਨਾਨਕ ਚਾਹੋ ਇਹੋ। ਬੋਲਦਿਆਂ ਬੇਅੰਤ ਭੁੱਲਾਂ ਮੇਰਾ ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਦੇਣਾ। ਆਖੋ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ